ਮੈਂ ਇੱਕ ਗਰੀਬ ਘਰ ਵਿੱਚ ਜਨਮ ਲਿਆ ਸੀ। ਮੇਰੀ ਮੰਮੀ ਇੱਕ ਵੱਡੇ ਬੰਗਲੇ ਵਿੱਚ ਕੰਮ ਕਰਦੀ ਸੀ। ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ, ਉਹਨਾਂ ਨੂੰ ਮਰੇ ਹੋਏ 2 ਸਾਲ ਹੋ ਗਏ ਸਨ। ਇਸ ਲਈ ਮੈਂ ਤੇ ਮੇਰੀ ਮੰਮੀ ਇਕੱਲੀਆਂ ਹੀ ਰਹਿੰਦੀਆਂ ਸੀ। ਕੁਝ ਸਮਾਂ ਮੰਮੀ ਮੈਨੂੰ ਗੁਆਂਢੀਆਂ ਦੇ ਘਰ ਛੱਡ ਜਾਂਦੀ ਤੇ ਮੈਂ ਉਹਨਾਂ ਦੀ ਕੁੜੀ ਨਾਲ ਖੇਡਦੀ ਰਹਿੰਦੀ, ਪਰ ਹੁਣ ਮੰਮੀ ਮੈਨੂੰ ਕੰਮ 'ਤੇ ਨਾਲ ਹੀ ਲੈ ਜਾਂਦੀ ਸੀ। ਹੁਣ ਮੰਮੀ ਕਿਸੇ ਹੋਰ ਬੰਗਲੇ ਵਿੱਚ ਕੰਮ ਕਰਨ ਲੱਗੀ ਸੀ। ਮੈਂ ਪੁੱਛਿਆ ਤਾਂ ਕਹਿਣ ਲੱਗੀ ਕਿ ਇੱਥੋਂ ਦਾ ਮਾਲਕ ਜ਼ਿਆਦਾ ਪੈਸੇ ਦਿੰਦਾ ਹੈ। ਮੰਮੀ ਮੈਨੂੰ ਅੰਦਰ ਲੈ ਗਈ। ਮਾਲਕ ਸਾਹਮਣੇ ਵਿਹੜੇ ਵਿੱਚ ਬੈਠਾ ਸੀ। ਮੇਰੀ ਮਾਂ ਨੂੰ ਦੇਖ ਕੇ ਉਸ ਆਦਮੀ ਦੇ ਚਿਹਰੇ 'ਤੇ ਅਜੀਬ ਜਿਹੀ ਮੁਸਕਰਾਹਟ ਆ ਗਈ। ਮੇਰੀ ਮੰਮੀ ਨੇ ਉਸ ਨੂੰ ਮੇਰੇ ਬਾਰੇ ਦੱਸਿਆ। ਉਸ ਆਦਮੀ ਨੇ ਅਜੀਬ ਨਜ਼ਰਾਂ ਨਾਲ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ, ਪਰ ਮੈਨੂੰ ਉਸ 'ਤੇ ਇਸ ਤਰ੍ਹਾਂ ਦੇਖਣਾ ਚੰਗਾ ਨਾ ਲੱਗਿਆ। ਮੰਮੀ ਨੇ ਕਿਹਾ, ਅੱਜ ਤੋਂ ਬਾਅਦ ਮੇਰੀ ਬੇਟੀ ਵੀ ਕੰਮ 'ਤੇ ਆਇਆ ਕਰੇਗੀ। ਉਹ ਕਹਿਣ ਲੱਗਿਆ, ਇਹ ਤਾਂ ਬਹੁਤ ਚੰਗੀ ਗੱਲ ਹੈ। ਮੰਮੀ ਨੇ ਮੈਨੂੰ ਘਰ ਦਾ ਸਾਰਾ ਕੰਮ ਸਮਝਾ ਦਿੱਤਾ ਕਿ ਪਹਿਲਾਂ ਸਫਾਈ ਤੇ ਫਿਰ ਰਸੋਈ ਦਾ ਕੰਮ। ਫਿਰ ਮੰਮੀ ਨੇ ਉਸ ਆਦਮੀ ਵੱਲ ਦੇਖਿਆ ਤਾਂ ਮਾਲਕ ਨੇ ਮੁਸਕਰਾ ਕੇ ਮੰਮੀ ਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ। ਮੇਰੀ ਮੰਮੀ ਮਾਲਕ ਦੇ ਨਾਲ ਕਮਰੇ ਵਿੱਚ ਚਲੀ ਗਈ ਤੇ ਫਿਰ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ। ਮੈਨੂੰ ਕੰਮ ਦੀ ਜ਼ਿਆਦਾ ਆਦਤ ਨਹੀਂ ਸੀ, ਇਸ ਲਈ ਕੰਮ ਖਤਮ ਕਰਨ ਵਿੱਚ ਕਾਫੀ ਸਮਾਂ ਲੱਗ ਗਿਆ। ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ। ਕਮਰੇ ਦਾ ਦਰਵਾਜ਼ਾ ਹਜੇ ਵੀ ਬੰਦ ਸੀ। ਕੁਝ ਦੇਰ ਬਾਅਦ ਮੰਮੀ ਬਾਹਰ ਆਈ ਤਾਂ ਉਹ ਪਸੀਨੇ ਨਾਲ ਭਿੱਜੀ ਹੋਈ ਸੀ। ਫਿਰ ਮੰਮੀ ਤੇ ਮੈਂ ਘਰ ਵਾਪਸ ਆ ਗਈਆਂ। ਮੰਮੀ ਨੇ ਤਾਂ ਉੱਥੇ ਕੋਈ ਕੰਮ ਵੀ ਨਹੀਂ ਕੀਤਾ ਸੀ, ਫਿਰ ਵੀ ਇੰਨੀ ਥੱਕੀ ਕਿਉਂ ਲੱਗ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੰਮੀ ਇੰਨੀ ਕਿਵੇਂ ਥੱਕ ਗਈ। ਉਸਨੇ ਅਜਿਹਾ ਕੀ ਕੀਤਾ ਸੀ। ਅਸੀਂ ਰੋਟੀ ਖਾਣ ਲੱਗੀਆਂ ਤਾਂ ਮੈਂ ਮੰਮੀ ਨੂੰ ਕਿਹਾ, ਮੈਂ ਕੱਲ੍ਹ ਤੇ ਕੰਮ 'ਤੇ ਨਹੀਂ ਜਾਵਾਂਗੀ। ਬਹੁਤ ਵੱਡਾ ਘਰ ਹੈ, ਮੈਂ ਉੱਥੇ ਇੰਨਾ ਕੰਮ ਨਹੀਂ ਕਰ ਸਕਦੀ। ਮੇਰੀ ਮਾਂ ਕਹਿਣ ਲੱਗੀ, ਹੁਣ ਤੂੰ ਵੱਡੀ ਹੋ ਗਈ ਹੈ, ਇਸ ਲਈ ਕੰਮ ਦੀ ਆਦਤ ਪਾ ਲੈ। ਮਹਿੰਗਾਈ ਵੀ ਵੱਧ ਗਈ ਹੈ, ਮੈਂ ਇਕੱਲੀ ਘਰ ਦਾ ਖਰਚਾ ਨਹੀਂ ਚੁੱਕ ਸਕਦੀ। ਮੰਮੀ ਦੀ ਮਜਬੂਰੀ ਸੁਣ ਕੇ ਮੈਂ ਚੁੱਪ ਕਰ ਗਈ, ਪਰ ਹੁਣ ਤਾਂ ਰੋਜ਼ ਦਾ ਇਹੀ ਕੰਮ ਹੁੰਦਾ। ਮੰਮੀ ਮਾਲਕ ਨਾਲ ਕਮਰੇ ਵਿੱਚ ਚਲੀ ਜਾਂਦੀ ਤੇ ਮੈਂ ਸਾਰਾ ਕੰਮ ਕਰਦੀ। ਮੈਨੂੰ ਗੁੱਸਾ ਵੀ ਆਉਣ ਲੱਗਿਆ, ਪਰ ਹੈਰਾਨੀ ਵੀ ਹੁੰਦੀ ਕਿ ਮੰਮੀ ਪਸੀਨੇ ਨਾਲ ਕਿਉਂ ਭਿੱਜ ਜਾਂਦੀ ਹੈ, ਹਮੇਸ਼ਾ ਹੀ ਥੱਕੀ ਹੁੰਦੀ ਹੈ। ਇੱਕ ਵਾਰ ਤਾਂ ਮੈਂ ਮੰਮੀ ਨੂੰ ਕਹਿ ਹੀ ਦਿੱਤਾ ਕਿ ਤੂੰ ਤਾਂ ਕੋਈ ਕੰਮ ਵੀ ਨਹੀਂ ਕਰਦੀ, ਫਿਰ ਇੰਨੀ ਕਿਵੇਂ ਥੱਕ ਜਾਂਦੀ ਹੈ, ਜਿਵੇਂ ਸਾਰਾ ਕੰਮ ਤੂੰ ਹੀ ਕੀਤਾ ਹੋਵੇ। ਮੰਮੀ ਕਹਿਣ ਲੱਗੀ ਕਿ ਮੈਂ ਕਿਹੜਾ ਆਰਾਮ ਕਰਦੀ ਹਾਂ, ਮੇਰਾ ਕੰਮ ਤਾਂ। ਇਹ ਕਹਿ ਕੇ ਉਹ ਚੁੱਪ ਹੋ ਗਈ। ਫਿਰ ਇੱਕ ਲੰਬਾ ਸਾਹ ਭਰ ਕੇ ਬੋਲੀ, ਗਰੀਬੀ ਇੱਕ ਬਿਮਾਰੀ ਹੈ ਜਿਸ ਨੂੰ ਲੱਗ ਜਾਂਦੀ ਹੈ, ਬਰਬਾਦ ਕਰਕੇ ਛੱਡਦੀ ਹੈ। ਮੇਰੀ ਮੰਮੀ ਬਹੁਤ ਸੋਹਣੀ ਸੀ, ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਇੱਕ ਦਿਨ ਜੋ ਮੇਰੀਆਂ ਅੱਖਾਂ ਨੇ ਵੇਖਿਆ, ਉਸ 'ਤੇ ਮੈਨੂੰ ਯਕੀਨ ਕਰਨਾ ਮੁਸ਼ਕਿਲ ਸੀ। ਮੇਰੀ ਮਾਂ ਅਕਸਰ ਆਪਣੇ ਕਮਰੇ ਦੀ ਅਲਮਾਰੀ ਨੂੰ ਜ਼ਿੰਦਾ ਲਾ ਕੇ ਰੱਖਦੀ ਸੀ ਤੇ ਮੈਨੂੰ ਵੀ ਮਨਾ ਕਰਦੀ ਕਿ ਅਲਮਾਰੀ ਨੂੰ ਹੱਥ ਨਾ ਲਾਵੀਂ। ਪਰ ਅੱਜ ਉਹ ਜਲਦੀ ਵਿੱਚ ਸੀ, ਮੈਂ ਵੱਡੀ ਹੋ ਰਹੀ ਸੀ, ਇਸ ਲਈ ਮੰਮੀ ਮੈਨੂੰ ਕਹਿਣ ਲੱਗੀ ਕਿ ਚਾਦਰ ਲੈ ਜਾਇਆ ਕਰ। ਮੈਂ ਮੰਮੀ ਦੀ ਅਲਮਾਰੀ ਵਿੱਚੋਂ ਚਾਦਰ ਕੱਢਣ ਲੱਗੀ ਤਾਂ ਕੱਪੜਿਆਂ ਦੇ ਥੱਲੇ ਮੈਂ ਇੱਕ ਅਜਿਹੀ ਚੀਜ਼ ਦੇਖੀ ਜਿਸ ਨੂੰ ਦੇਖ ਕੇ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ। ਮੇਰੀ ਮਾਂ ਮੈਨੂੰ ਬਾਹਰ ਆਵਾਜ਼ਾਂ ਮਾਰ ਰਹੀ ਸੀ। ਮੈਂ ਚਾਦਰ ਲਈ ਤੇ ਕਮਰੇ ਵਿੱਚੋਂ ਬਾਹਰ ਆ ਗਈ। ਮੰਮੀ ਅੱਜ ਫਿਰ ਤੋਂ ਉਸ ਮਾਲਿਕ ਦੇ ਕਮਰੇ ਵਿੱਚ ਸੀ। ਮੇਰਾ ਅੱਜ ਕੰਮ ਕਰਨ ਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ। ਆਖਿਰ ਇਹ ਮਾਲਿਕ ਮੇਰੀ ਮਾਂ ਨੂੰ ਰੋਜ਼ ਆਪਣੇ ਕਮਰੇ ਵਿੱਚ ਕਿਉਂ ਲੈ ਜਾਂਦਾ ਸੀ। ਮੈਂ ਥੋੜ੍ਹਾ ਬਹੁਤ ਕੰਮ ਕਰਕੇ ਉਸ ਕਮਰੇ ਦੇ ਸਾਹਮਣੇ ਜਾ ਖੜੀ ਹੋਈ ਤੇ ਖਿੜਕੀ ਦੇਖਣ ਲੱਗੀ ਤਾਂ ਜੋ ਕਮਰੇ ਦੇ ਅੰਦਰ ਝਾਕ ਕੇ ਦੇਖ ਸਕਾਂ, ਪਰ ਉਹ ਤਾਂ ਬੰਦ ਸੀ। ਮੈਂ ਦਰਵਾਜ਼ੇ ਦੀ ਚਾਬੀ ਵਾਲੇ ਹੋਲ ਵਿੱਚ ਦੀ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਕੁਝ ਵੀ ਦਿਖਾਈ ਨਾ ਦਿੱਤਾ। ਮੈਂ ਬੜੀ ਮਾਯੂਸ ਜਿਹੀ ਹੋ ਗਈ, ਕਿਉਂਕਿ ਮੇਰੀ ਮਾਂ ਵੀ ਪੁੱਛਣ 'ਤੇ ਕੁਝ ਨਹੀਂ ਦੱਸਦੀ ਸੀ, ਹਮੇਸ਼ਾ ਟਾਲ ਦਿੰਦੀ ਸੀ। ਪਰ ਹੁਣ ਮੈਂ ਠਾਣ ਲਿਆ ਕਿ ਮੈਂ ਹਰ ਹਾਲ ਵਿੱਚ ਪਤਾ ਕਰਕੇ ਰਹਾਂਗੀ। ਮੈਂ ਹਜੇ ਵੀ ਉਸੇ ਹੋਲ ਵਿੱਚ ਦੀ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੇ ਪਿੱਛੇ ਕੋਈ ਖੜਾ ਸੀ। ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ। ਮੈਂ ਤਾਂ ਬੁਰੀ ਤਰ੍ਹਾਂ ਡਰ ਗਈ ਸੀ। ਜਦੋਂ ਮੈਂ ਪਲਟ ਕੇ ਦੇਖਿਆ ਤਾਂ ਮੇਰੇ ਪਿੱਛੇ ਇੱਕ ਮੁੰਡਾ ਖੜਾ ਸੀ ਜੋ ਮੈਨੂੰ ਘੂਰ-ਘੂਰ ਕੇ ਵੇਖ ਰਿਹਾ ਸੀ। ਮੈਂ ਪਹਿਲਾਂ ਤਾਂ ਕਦੇ ਉਸਨੂੰ ਉੱਥੇ ਕਦੇ ਨਹੀਂ ਦੇਖਿਆ ਸੀ। ਉਸਦੇ ਹੱਥ ਵਿੱਚ ਇੱਕ ਬੈਗ ਸੀ। ਉਹ ਮੈਨੂੰ ਕਹਿਣ ਲੱਗਿਆ, ਮੇਰੇ ਪਾਪਾ ਦੇ ਕਮਰੇ ਵਿੱਚ ਕਿਉਂ ਝਾਕ ਰਹੀ ਹੈ। ਡਰ ਦੇ ਮਾਰੇ ਮੇਰੀ ਤਾਂ ਆਵਾਜ਼ ਗਲੇ ਵਿੱਚ ਹੀ ਫਸ ਗਈ। ਮੈਂ ਕੁਝ ਬੋਲ ਹੀ ਨਾ ਪਾਈ। ਉਹ ਕਹਿਣ ਲੱਗਿਆ, ਚੋਰ ਹੈ। ਮੈਂ ਕਿਹਾ, ਬਿਲਕੁਲ ਨਹੀਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲਾਂ। ਫਿਰ ਮੈਂ ਕਿਹਾ, ਮੈਂ ਇਸ ਘਰ ਦੀ ਨੌਕਰਾਨੀ ਦੀ ਬੇਟੀ ਹਾਂ, ਮੈਂ ਵੀ ਇੱਥੇ ਕੰਮ ਕਰਦੀ ਹਾਂ। ਫਿਰ ਉਹ ਮੁੰਡਾ ਜਾ ਕੇ ਸੋਫੇ 'ਤੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਇੱਧਰ ਆ ਕੇ ਮੇਰੇ ਬੂਟ ਲਾ, ਪਰ ਮੈਂ ਕਿਹਾ, ਮੈਂ ਅਜਿਹਾ ਕੰਮ ਨਹੀਂ ਕਰਾਂਗੀ। ਮੈਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ, ਜੇ ਮੈਂ ਤੇਰੀ ਹਰਕਤ ਆਪਣੇ ਪਾਪਾ ਨੂੰ ਦੱਸ ਦਿੱਤੀ ਤਾਂ ਉਹ ਤੈਨੂੰ ਕੰਮ ਤੋਂ ਕੱਢ ਦੇਣਗੇ। ਇਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਕਿਹਾ, ਅਜਿਹਾ ਨਾ ਕਰਨਾ। ਇਹ ਸੁਣ ਕੇ ਉਹ ਕੁਝ ਨਾ ਬੋਲਿਆ, ਬਸ ਆਪਣੇ ਬੂਟਾਂ ਵੱਲ ਇਸ਼ਾਰਾ ਕਰ ਦਿੱਤਾ। ਮੈਂ ਉਸਦੇ ਬੂਟ ਉਤਾਰ ਦਿੱਤੇ। ਫਿਰ ਉਸਨੇ ਪਾਣੀ ਮੰਗਿਆ। ਮੈਂ ਉਸਨੂੰ ਪਾਣੀ ਲਿਆ ਕੇ ਦੇ ਦਿੱਤਾ।
ਉਦੋਂ ਨੂੰ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹ ਗਿਆ। ਮਾਲਕ ਆਪਣੇ ਬੇਟੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ, ਜੋ ਕਿ ਬਾਹਰ ਰਹਿ ਕੇ ਪੜ੍ਹਾਈ ਕਰਦਾ ਸੀ। ਮੇਰੀ ਮਾਂ ਉਸੇ ਤਰ੍ਹਾਂ ਹੀ ਥੱਕੀ ਤੇ ਪਸੀਨੇ ਨਾਲ ਭਿੱਜੀ ਹੋਈ ਸੀ। ਫਿਰ ਅਸੀਂ ਘਰ ਵਾਪਸ ਆ ਗਈਆਂ। ਅਗਲੇ ਦਿਨ ਅਸੀਂ ਫਿਰ ਕੰਮ 'ਤੇ ਗਈਆਂ ਤਾਂ ਉਹ ਮੁੰਡਾ ਚਾਹ ਪੀ ਰਿਹਾ ਸੀ। ਮੈਂ ਸਫਾਈ ਕਰਨ ਲੱਗੀ ਸੀ ਤੇ ਮਾਂ ਮਾਲਕ ਦੇ ਕਮਰੇ ਵਿੱਚ ਚਲੀ ਗਈ। ਜਦੋਂ ਮੈਂ ਇੱਕ ਕਮਰੇ ਵਿੱਚ ਸਫਾਈ ਕਰਨ ਗਈ ਤਾਂ ਉਹ ਮੁੰਡਾ ਵੀ ਮੇਰੇ ਪਿੱਛੇ ਹੀ ਆ ਗਿਆ ਤੇ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੇਰਾ ਦਿਲ ਤਾਂ ਡਰ ਦੇ ਮਾਰੇ ਕੰਬ ਰਿਹਾ ਸੀ। ਉਹ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਉਹ ਮੇਰੇ ਵੱਲ ਵੱਧਦਾ ਹੋਇਆ ਪੁੱਛਣ ਲੱਗਾ ਕਿ ਤੂੰ ਮੇਰੇ ਪਾਪਾ ਦੇ ਕਮਰੇ ਵਿੱਚ ਕੀ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਕਿਹਾ ਮੈਂ ਬਾਹਰ ਜਾਣਾ ਹੈ। ਉਹ ਕਹਿੰਦਾ ਤੈਨੂੰ ਬੜਾ ਸ਼ੌਂਕ ਹੈ ਦੂਜਿਆਂ ਦੇ ਕਮਰੇ ਵਿੱਚ ਝਾਕਣ ਦਾ, ਕਿ ਉੱਥੇ ਕੀ ਹੋ ਰਿਹਾ ਹੈ। ਮੈਂ ਤੈਨੂੰ ਦੱਸਾਂ ਕਿ ਬੰਦ ਕਮਰੇ ਵਿੱਚ ਕੀ ਹੁੰਦਾ ਹੈ। ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਗਿਆ। ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸਨੇ ਮੇਰੇ ਮੂੰਹ 'ਤੇ ਹੱਥ ਰੱਖਿਆ ਤੇ ਕਿਹਾ ਜੇ ਰੌਲਾ ਪਾਇਆ ਤਾਂ ਤੇਰਾ ਗਲਾ ਦਬਾ ਦੇਵਾਂਗਾ। ਉਸਨੇ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਛੇਤੀ ਨਾਲ ਬਾਹਰ ਆ ਗਈ ਤੇ ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਮੈਂ ਇਸ ਤਰ੍ਹਾਂ ਪਰੇਸ਼ਾਨ ਸੀ ਕਿ ਰੋਣ ਲੱਗੀ। ਮੈਂ ਸੋਚ ਚੁੱਕੀ ਸੀ ਕਿ ਅੱਜ ਤੋਂ ਬਾਅਦ ਇੱਥੇ ਕੰਮ ਕਰਨ ਨਹੀਂ ਆਵਾਂਗੀ। ਜਿਵੇਂ ਹੀ ਮੰਮੀ ਕਮਰੇ ਵਿੱਚੋਂ ਬਾਹਰ ਆਈ, ਮੈਨੂੰ ਰੋਂਦਾ ਹੋਇਆ ਦੇਖ ਕੇ ਪਰੇਸ਼ਾਨ ਹੋ ਗਈ। ਮੈਂ ਮਾਲਕ ਦੇ ਸਾਹਮਣੇ ਕੁਝ ਨਾ ਬੋਲੀ ਤੇ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ। ਮੈਂ ਪੂਰਾ ਰਸਤਾ ਰੋਂਦੀ ਰਹੀ। ਮੈਂ ਘਰ ਜਾ ਕੇ ਮੰਮੀ ਨੂੰ ਸਾਰੀ ਗੱਲ ਦੱਸ ਦਿੱਤੀ। ਮੰਮੀ ਵੀ ਸੁਣ ਕੇ ਪਰੇਸ਼ਾਨ ਹੋ ਗਈ। ਮੈਂ ਕਿਹਾ ਮੈਂ ਕੱਲ੍ਹ ਤੋਂ ਉੱਥੇ ਨਹੀਂ ਜਾਵਾਂਗੀ ਤੇ ਅਗਲੇ ਦਿਨ ਮੰਮੀ ਇਕੱਲੀ ਹੀ ਚਲੀ ਗਈ। ਪਰ ਜਦੋਂ ਵਾਪਸ ਆਈ ਤਾਂ ਉਸਦਾ ਚਿਹਰਾ ਲਾਲ ਹੋਇਆ ਪਿਆ ਸੀ। ਉਹ ਬਹੁਤ ਜ਼ਿਆਦਾ ਥੱਕੀ ਹੋਈ ਸੀ। ਉਹ ਆਉਂਦੇ ਹੀ ਮੰਜੇ 'ਤੇ ਪੈ ਗਈ। ਉਸਨੂੰ ਬੁਖਾਰ ਹੋਇਆ ਪਿਆ ਸੀ। ਮੈਂ ਜਲਦੀ ਨਾਲ ਮੰਮੀ ਨੂੰ ਘਰੇ ਪਈ ਬੁਖਾਰ ਦੀ ਗੋਲੀ ਦਿੱਤੀ। ਮੈਂ ਸਾਰੀ ਰਾਤ ਮੰਮੀ ਦਾ ਧਿਆਨ ਰੱਖਿਆ। ਇੱਕ ਮਾਂ ਹੀ ਤਾਂ ਸੀ ਮੇਰੇ ਕੋਲੇ। ਸਵੇਰੇ ਬੁਖਾਰ ਤਾਂ ਉਤਰ ਗਿਆ ਸੀ ਪਰ ਥਕਾਵਟ ਸੀ। ਉਹ ਬਿਲਕੁਲ ਮੁਰਝਾਈ ਪਈ ਸੀ ਪਰ ਉਹ ਫਿਰ ਵੀ ਕੰਮ 'ਤੇ ਜਾਣਾ ਚਾਹੁੰਦੀ ਸੀ। ਮੈਂ ਕਿਹਾ ਕਿ ਅੱਜ ਛੁੱਟੀ ਕਰ ਲਵੇ ਪਰ ਉਹ ਕਹਿਣ ਲੱਗੀ ਕਿ ਜੇ ਛੁੱਟੀ ਕੀਤੀ ਤਾਂ ਨੌਕਰੀ ਛੁੱਟ ਜਾਵੇਗੀ। ਤਾਂ ਮੈਂ ਕਿਹਾ ਠੀਕ ਹੈ, ਮੈਂ ਇਕੱਲੀ ਚਲੀ ਜਾਂਦੀ ਹਾਂ। ਇਹ ਸੁਣ ਕੇ ਮੰਮੀ ਦੇ ਚਿਹਰੇ ਦਾ ਰੰਗ ਉੱਡ ਗਿਆ। ਕਹਿਣ ਲੱਗੀ ਮੈਂ ਤੈਨੂੰ ਇਕੱਲੀ ਉੱਥੇ ਨਹੀਂ ਭੇਜ ਸਕਦੀ। ਮੰਮੀ ਵੀ ਮੇਰੇ ਨਾਲ ਚਲੀ ਗਈ ਪਰ ਉਹ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਸੀ। ਇਸ ਲਈ ਮੈਂ ਮੰਮੀ ਨੂੰ ਇੱਕ ਥਾਂ ਬਿਠਾ ਦਿੱਤਾ ਤੇ ਕਿਹਾ ਕਿ ਮੈਂ ਸਾਰਾ ਕੰਮ ਆਪ ਕਰ ਲਵਾਂਗੀ। ਉਹ ਮੁੰਡਾ ਤਾਂ ਵਾਪਸ ਜਾ ਚੁੱਕਿਆ ਸੀ। ਜਦੋਂ ਸਾਰੇ ਕੰਮ ਖਤਮ ਹੋ ਗਏ ਤਾਂ ਮਾਲਕ ਕਹਿਣ ਲੱਗਿਆ ਕਿ ਤੇਰੀ ਮਾਂ ਤਾਂ ਬਿਮਾਰ ਹੈ, ਉਸਦੇ ਹਿੱਸੇ ਦਾ ਕੰਮ ਕੌਣ ਕਰੇਗਾ। ਇਹ ਸੁਣ ਕੇ ਮੈਨੂੰ ਗੁੱਸਾ ਜਿਹਾ ਆ ਗਿਆ। ਮੈਂ ਕਿਹਾ ਮੰਮੀ ਬਿਮਾਰ ਹੈ, ਪਰ ਮਾਲਕ ਕਹਿਣ ਲੱਗਿਆ ਮੈਂ ਕੁਝ ਨਹੀਂ ਜਾਣਦਾ, ਮੈਂ ਆਪਣਾ ਕੰਮ ਪੂਰਾ ਕਰਵਾਉਣਾ ਹੈ। ਤੇਰੀ ਮਾਂ ਤੋਂ ਨਹੀਂ ਹੋ ਰਿਹਾ ਤਾਂ ਤੂੰ ਕਰ ਦੇ। ਮੈਂ ਹਾਮੀ ਭਰ ਦਿੱਤੀ ਕਿਉਂਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਆਖਿਰ ਮੇਰੀ ਮਾਂ ਤੋਂ ਕੀ ਕਰਵਾਉਂਦਾ ਸੀ। ਜੋ ਮੇਰੀ ਮਾਂ ਦੀ ਅਲਮਾਰੀ ਵਿੱਚ ਇੰਨੇ ਨੋਟ ਪਏ ਰਹਿੰਦੇ ਸਨ। ਮੰਮੀ ਉਸ ਸਮੇਂ ਸੁੱਤੀ ਪਈ ਸੀ। ਮਾਲਕ ਨੇ ਕਿਹਾ ਤੈਨੂੰ ਇਸ ਕੰਮ ਦੇ ਅਲੱਗ ਤੋਂ ਪੈਸੇ ਦੇਵਾਂਗਾ, ਪਰ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ ਸੀ। ਮੈਂ ਤਾਂ ਬਸ ਦੇਖਣਾ ਚਾਹੁੰਦੀ ਸੀ ਕਿ ਮੇਰੀ ਮਾਂ ਅਜਿਹਾ ਕੀ ਕੰਮ ਕਰਦੀ ਸੀ। ਮੈਂ ਮਾਲਕ ਨਾਲ ਕਮਰੇ ਵਿੱਚ ਗਈ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ। ਉਸ ਕਮਰੇ ਵਿੱਚ ਇੱਕ ਔਰਤ ਪਈ ਸੀ। ਮਾਲਕ ਨੇ ਦੱਸਿਆ ਕਿ ਇਹ ਉਸਦੀ ਪਤਨੀ ਹੈ, ਜੋ ਕਿ ਉੱਠ ਬੈਠ ਨਹੀਂ ਸਕਦੀ। ਉਸਨੂੰ ਇੱਕ ਗੰਭੀਰ ਬਿਮਾਰੀ ਸੀ। ਬਿਮਾਰੀ ਕਰਕੇ ਉਸ ਕੋਲ ਕੋਈ ਨਹੀਂ ਜਾਂਦਾ ਸੀ। ਮਾਲਕ ਨੇ ਮੈਨੂੰ ਉਸਨੂੰ ਉਠਾਉਣ ਲਈ ਕਿਹਾ। ਔਰਤ ਸਰੀਰ ਦੀ ਬਹੁਤ ਭਾਰੀ ਸੀ। ਮੇਰੇ ਲਈ ਉਸਨੂੰ ਬਿਠਾਉਣ ਵਿੱਚ ਬਹੁਤ ਮੁਸ਼ਕਿਲ ਸੀ, ਪਰ ਮਾਲਕ ਨੇ ਮੈਨੂੰ ਇੱਕ ਤੇਲ ਦਿੱਤਾ ਤੇ ਕਿਹਾ ਕਿ ਮੈਂ ਉਸ ਔਰਤ ਦੇ ਸਾਰੇ ਸਰੀਰ 'ਤੇ ਮਾਲਿਸ਼ ਕਰਾਂ, ਜਿਸ ਨਾਲ ਉਸਦੇ ਸਰੀਰ ਵਿੱਚ ਖੂਨ ਦਾ ਵਹਾਅ ਠੀਕ ਰਹਿੰਦਾ ਹੈ। ਮੈਂ ਪਹਿਲਾਂ ਉਸਨੂੰ ਬਿਠਾਉਣ ਤੇ ਫਿਰ ਲਿਟਾ ਕੇ ਮਾਲਿਸ਼ ਕੀਤੀ। ਮਾਲਕ ਆਪ ਇੱਕ ਪਾਸੇ ਬੈਠ ਗਿਆ। ਅਜਿਹਾ ਕਰਦੇ ਪਏ ਤਾਂ ਬਹੁਤ ਥੱਕ ਗਈ ਸੀ, ਇਸ ਲਈ ਮੇਰੀ ਮੰਮੀ ਵੀ ਥੱਕ ਜਾਂਦੀ ਸੀ। ਮੈਂ ਕੰਮ ਖਤਮ ਕਰਕੇ ਕਮਰੇ ਵਿੱਚੋਂ ਬਾਹਰ ਆ ਗਈ। ਮੈਨੂੰ ਆਪਣੇ ਆਪ 'ਤੇ ਸ਼ਰਮ ਆਉਣ ਲੱਗੀ ਸੀ ਕਿਉਂਕਿ ਮੈਂ ਆਪਣੀ ਮਾਂ ਦੀ ਸ਼ਰਾਫਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ। ਹਰ ਬੰਦ ਦਰਵਾਜ਼ੇ ਪਿੱਛੇ ਪਾਪ ਨਹੀਂ ਹੁੰਦੇ, ਇਹ ਗੱਲ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ। ਮੇਰੀ ਨਜ਼ਰ ਵਿੱਚ ਮਾਂ ਦੀ ਇੱਜ਼ਤ ਹੋਰ ਵੱਧ ਗਈ ਸੀ, ਜੋ ਮੇਰੇ ਲਈ ਇੰਨਾ ਸਭ ਕਰ ਰਹੀ ਸੀ ਤਾਂ ਜੋ ਮੈਨੂੰ ਚੰਗੀ ਜ਼ਿੰਦਗੀ ਦੇ ਸਕੇ। ਪਰ ਇੱਕ ਗੱਲ ਹੋਰ ਸਮਝ ਆ ਗਈ ਸੀ ਕਿ ਗਰੀਬੀ ਇਨਸਾਨ ਨੂੰ ਬਹੁਤ ਮਜਬੂਰ ਕਰ ਦਿੰਦੀ ਹੈ। ਸ਼ਾਇਦ ਇਸ ਲਈ ਮੇਰੀ ਮਾਂ ਉਸ ਔਰਤ ਦੀ ਬਿਮਾਰੀ ਕਰਕੇ ਵੀ ਉਸ ਕੋਲ ਜਾਣ ਤੋਂ ਨਹੀਂ ਡਰਦੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।